ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਵੈਲਕਮ ਹੈ ਸਟੂਡੈਂਟ ਸਾਰਿਆਂ ਦਾ। ਸੋ ਅੱਜ ਗੱਲ ਕਰਾਂਗੇ ਕੈਨੇਡਾ ਦੇ ਉਹ ਵਾਲੇ ਸਟੂਡੈਂਟਸ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਵਜ੍ਹਾ ਕਰਕੇ ਰਿਫਿਊਜ਼ਲ ਮਿਲੀ ਹੈ, ਉਹਨਾਂ ਨੂੰ ਰੀਅਪਲਾਈ ਕਰਨ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਉਸ ਤੋਂ ਵੀ ਵੱਡਾ ਸਵਾਲ ਉਹਨਾਂ ਨੂੰ ਕਦੋਂ ਰੀਅਪਲਾਈ ਕਰਨਾ ਚਾਹੀਦਾ। ਕਿਉਂਕਿ ਇੱਕ ਮੈਂ ਦੇਖਿਆ ਕਿ ਸਟੂਡੈਂਟਸ ਦੀ ਜਦੋਂ ਰਿਫਿਊਜ਼ਲ ਆ ਜਾਂਦੀ ਹੈ ਉਹ ਕਈ ਵਾਰੀ ਬਹੁਤ ਹਰੀ 'ਚ ਹੁੰਦੇ ਨੇ ਕਿ ਮੇਰੀ ਰਿਫਿਊਜ਼ਲ ਆ ਗਈ ਤੇ ਮੈਂ ਰੇਸ 'ਚੋਂ ਆਊਟ ਹੈ ਤੇ ਮੈਂ ਜਲਦੀ ਤੋਂ ਜਲਦੀ ਆਪਣੀ ਫਾਈਲ ਲਗਾ ਦਾਂ। ਸੋ ਐਕਸਪਰਟਸ ਦਾ ਓਪੀਨੀਅਨ ਜਾਣਨ ਦੀ ਕੋਸ਼ਿਸ਼ ਕਰਾਂਗੇ। ਪ੍ਰੈਜ਼ੈਂਟਲੀ ਆਪਾਂ ਜੁਲਾਈ ਦੇ ਮਹੀਨੇ ਦੇ ਵਿੱਚ ਬੈਠੇ ਹਾਂ। ਜੇ ਕਿਸੇ ਦੀ ਰਿਫਿਊਜ਼ਲ ਆਈ ਹੈ ਤਾਂ ਰੀਫਾਈਲਿੰਗ ਦੁਬਾਰਾ ਕਦੋਂ ਕਰਨੀ ਚਾਹੀਦੀ ਹੈ, ਕਿਹੜੇ ਇਨਟੇਕ ਵਾਸਤੇ ਕਰਨੀ ਚਾਹੀਦੀ ਹੈ। ਅੱਜ ਦੇ ਸਾਡੇ ਗੈਸਟ ਨੇ ਬ੍ਰੌਡਵੇ ਇਮੀਗ੍ਰੇਸ਼ਨ ਤੋਂ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਸਵਾਗਤ ਹੈ ਜੀ। ਥੈਂਕ ਯੂ ਦੀਪਕ ਜੀ। ਸੋ ਜਗਪ੍ਰੀਤ ਜੀ, ਕੀ ਸਲਾਹ ਤੁਹਾਡੀ ਰਿਫਿਊਜ਼ਲ ਵਾਲੇ ਸਟੂਡੈਂਟਸ ਨੂੰ ਜਿਨ੍ਹਾਂ ਨੇ ਰੀਅਪਲਾਈ ਕਰਨਾ? ਬਿਲਕੁਲ ਦੀਪਕ ਜੀ, ਬਹੁਤ ਇੰਪੋਰਟੈਂਟ ਟਾਸਕ ਹੈ ਰੀਅਪਲਾਈ ਕਰਨ ਦਾ। ਬਹੁਤ ਸਭ ਤੋਂ ਪਹਿਲਾਂ ਕੋਈ ਵੀ ਐਪਲੀਕੇਸ਼ਨ ਰਿਫਿਊਜ਼ ਹੋਈ ਹੈ ਤੇ ਉੱਥੇ ਕੈਂਡੀਡੇਟ ਨੂੰ ਆਪਣਾ ਮੋਰਾਲ ਲੋ ਨਹੀਂ ਕਰਨਾ ਚਾਹੀਦਾ। ਸਭ ਤੋਂ ਪਹਿਲੀ ਚੀਜ਼ ਇਹ ਹੈ, ਕਿਉਂਕਿ ਜਦੋਂ ਤੁਹਾਡਾ ਮੋਰਾਲ ਲੋ ਹੈ, ਤੁਸੀਂ ਅੰਡਰ ਸਟ੍ਰੈਸ ਹੋ, ਤਾਂ ਫਿਰ ਤੁਸੀਂ ਇੱਕ ਗਲਤੀ ਕਰਨ ਤੋਂ ਬਾਅਦ ਦੂਸਰੀ ਗਲਤੀ ਵੀ ਡੈਫੀਨੇਟਲੀ ਕਰੋਗੇ। ਸੋ ਰਿਫਿਊਜ਼ਲ ਆਈ ਹੈ, ਦੈਟ ਇਜ਼ ਨੋਟ ਦਾ ਐਂਡ ਆਫ ਦੀ ਰੋਡ। ਉੱਥੇ ਹਾਲੇ ਕੋਈ ਪ੍ਰੋਬਲਮ ਨਹੀਂ ਹੈ। ਅਗਰ ਉੱਥੋਂ ਤੁਸੀਂ ਆਪਣੇ ਪ੍ਰੋਸੈਸ ਨੂੰ ਰੀਇਨੀਸ਼ੀਏਟ ਕਰਦੇ ਹੋ ਤਾਂ ਯੈਸ ਯੂ ਕੈਨ ਅਚੀਵ ਯੋਰ ਸਕਸੈਸ ਐਟ ਦੈਟ ਪਾਰਟੀਕੂਲਰ ਸਟੇਜ ਐਜ਼ ਵੈਲ। ਸੋ ਉਸ ਪਾਰਟ ਦੇ ਉੱਤੇ ਰੀਅਪਲਾਈ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਪ੍ਰੋਫਾਈਲ ਨੂੰ ਸਮਝਣ ਦੀ ਲੋੜ ਹੈ। ਅਗਰ ਤਾਂ ਤੁਹਾਡਾ ਪ੍ਰੋਫਾਈਲ ਐਟ ਪਾਰ ਟਰਮਸ ਦੇ ਉੱਤੇ ਕੁਆਲੀਫਾਈ ਕਰ ਰਿਹਾ, ਮਤਲਬ ਤੁਹਾਡਾ ਅਕੈਡਮਿਕ ਐਕਸੀਲੈਂਸ ਵਧੀਆ ਹੈ, ਤੁਹਾਡੇ ਪ੍ਰੋਗਰਾਮ ਦੀ ਸਿਲੈਕਸ਼ਨ ਸਪੈਸੀਫਿਕ ਹੈ, ਕੋਈ ਉਹਦੇ 'ਚ ਗੈਪ ਨਹੀਂ ਹੈ, SDS ਫਾਈਲ ਲਾਈ ਹੈ, 6 ਈਚ ਸਕੋਰਸ ਨੇ, ਔਰ ਸਿਰਫ ਤੁਸੀਂ SOP ਨੂੰ ਵੈਲ ਜਸਟੀਫਾਈ ਨਹੀਂ ਕੀਤਾ, ਤਾਂ ਉਸ ਕੇਸ ਦੇ ਵਿੱਚ ਤੁਸੀਂ ਰੀਅਪਲਾਈ ਇਮੀਡੀਏਟ ਗਰਾਊਂਡਸ 'ਤੇ ਕਰ ਸਕਦੇ ਹੋ। ਉਹਦੇ ਵਿੱਚ ਕੋਈ ਵੀ ਡਿਲੇ ਕਰਨ ਦੀ ਜ਼ਰੂਰਤ ਨਹੀਂ ਹੈ। ਸਿਰਫ ਦੁਬਾਰਾ ਇੱਕ ਵਧੀਆ SOP ਕਰਕੇ ਲਾਓ। ਅਗਰ ਇਨਟੇਕ ਦੇ ਵਿੱਚ ਟਾਈਮ ਹੈ ਤਾਂ ਰੀਅਪਲਾਈ ਕਰ ਦਿਓ, ਨਹੀਂ ਤਾਂ ਉਹਦਾ ਨੈਕਸਟ ਡੈਫਰਮੈਂਟ ਲੈ ਕੇ ਫਿਰ ਰੀਅਪਲਾਈ ਕਰ ਦਿਓ, ਸੋ ਦੈਟ ਤੁਹਾਨੂੰ ਵੇਟਿੰਗ ਟਾਈਮ 'ਚ ਨਾ ਲੱਗੇ। ਹਾਂ, ਸਮਹਾਓ ਅਗਰ ਤੁਹਾਡੇ ਪ੍ਰੋਫਾਈਲ 'ਚ ਕੋਈ ਇਨਕੰਪੈਟੇਬਿਲਿਟੀ ਹੈ, ਯਾਨੀ ਕਿ ਉਹ ਤੁਸੀਂ ਨੌਨ SDS ਲੌਂਚ ਕੀਤਾ ਸੀ, ਇੱਕ ਮੋਡਿਊਲ 5.5 ਨਾਲ, PTE ਦੇ ਨਾਲ, ਲੋ ਸਕੋਰਸ ਨਾਲ, ਜਾਂ ਪ੍ਰੋਗਰਾਮ ਦੀ ਚੋਇਸ ਗਲਤ ਸੀ, ਸੇਮ ਟ੍ਰੇਡ ਦਾ ਸੀਗਾ ਬਟ ਉਹ ਜੈਨਰਿਕ ਸੀ, ਜਾਂ ਉਹ ਡਿਫਰੈਂਟ ਟ੍ਰੇਡ ਦਾ ਸੀ ਤਾਂ ਉਹਨੂੰ ਚੇਂਜ ਕਰੋ। ਆਇਲਸ ਘੱਟ ਸੀ ਤਾਂ ਉਹਨੂੰ ਇੰਪਰੂਵ ਕਰੋ। ਓਵਰਆਲ ਸਕੋਰਸ ਘੱਟ ਸੀਗੇ, ਡਿਪਲੋਮਾ ਪ੍ਰੋਗਰਾਮ ਲਿਆ ਸੀ ਤਾਂ ਡਿਗਰੀ 'ਚ ਜਾਓ। ਸੋ ਉੱਥੇ ਫਿਰ ਤੁਹਾਨੂੰ ਆਪਣੇ ਪ੍ਰੋਫਾਈਲ ਨੂੰ ਸਹੀ ਤਰੀਕੇ ਨਾਲ ਸਮਝਣ ਦੀ ਜ਼ਰੂਰਤ ਹੈ। ਐਂਡ ਦੈਨ ਉਸ ਤੋਂ ਬਾਅਦ ਇਨਟੇਕ ਦੀ ਅਵੇਲੇਬਿਲਿਟੀ ਨੂੰ ਦੇਖਦੇ ਹੋਏ ਸਟੂਡੈਂਟ ਆਪਣੇ ਕੇਸ ਨੂੰ ਰੀਅਪਲਾਈ। ਸੋ ਪ੍ਰੈਜ਼ੈਂਟਲੀ ਜਿਹੜੇ ਰਿਫਿਊਜ਼ ਨੇ ਕਿਹੜੇ ਇਨਟੇਕ ਦੇ ਵਿੱਚ ਜਾ ਸਕਦੇ ਨੇ? ਦੇਖੋ ਦੀਪਕ ਜੀ, ਪ੍ਰੈਜ਼ੈਂਟਲੀ ਜਿਹੜੀਆਂ ਰਿਫਿਊਜ਼ਲਸ ਜੂਨ 'ਚ ਆਈਆਂ ਸੀ ਉਹਨਾਂ 'ਚੋਂ ਕਾਫੀ ਹੱਦ ਤੱਕ ਸਟੂਡੈਂਟਸ ਨੇ ਜਿਹੜੇ ਤੇ ਕੰਪੈਟੇਬਿਲਿਟੀ ਗਰਾਊਂਡਸ ਤੇ ਬਿਲਕੁਲ ਆਪਣੀਆਂ ਟਰਮਸ ਐਂਡ ਕੰਡੀਸ਼ਨ ਫੁੱਲਫਿਲ ਕਰ ਰਹੇ ਸੀ, ਉਹ ਤਾਂ ਇਮੀਡੀਏਟਲੀ ਰੀਅਪਲਾਈ ਕਰ ਚੁੱਕੇ ਨੇ। ਬਟ ਸਮਹਾਓ ਜਿਨ੍ਹਾਂ ਨੂੰ ਇੰਪਰੂਵਮੈਂਟਸ ਦੀ ਲੋੜ ਹੈ ਉਹਨਾਂ ਲਈ ਤਾਂ ਜਨਵਰੀ ਇਨਟੇਕ ਹੀ ਨੀਅਰੈਸਟ ਅਵੇਲੇਬਲ ਹੈ। ਇੱਕ ਚੀਜ਼ ਹੋਰ ਮੈਂ ਪੁੱਛਣੀ ਚਾਹੂੰਗਾ, ਕਈ ਵਾਰੀ ਕੇਪਸ ਨੋਟਸ ਤੋਂ ਬਾਅਦ ਵੀ ਸਟੂਡੈਂਟਸ ਦਾ ਕਹਿਣਾ ਹੁੰਦਾ ਕਿ ਕੋਈ ਬਹੁਤ ਜ਼ਿਆਦਾ ਕਲੈਰਿਟੀ ਨਹੀਂ ਮਿਲੀ ਸਾਨੂੰ ਰੀਜ਼ਨ ਵਾਸਤੇ। ਦੇਖੋ ਦੀਪਕ ਜੀ, ਉੱਥੇ ਹੁਣ ਗੱਲ ਆਉਂਦੀ ਹੈ ਵੀ ਉਹਦੇ ਵਿੱਚ ਤੁਸੀਂ ਇਹ ਚੀਜ਼ ਨੂੰ ਡਾਈਜੈਸਟ ਨਹੀਂ ਕਰ ਪਾ ਰਹੇ। ਕੇਪਸ ਦੇ ਵਿੱਚ ਕਈ ਵਾਰੀ ਆਉਂਦਾ ਹੈ ਕਿ ਮੈਂ ਫੰਡਸ ਲਾਏ ਸੀਗੇ ਤੇ ਕੇਪਸ ਦੇ ਵਿੱਚ ਰੀਜ਼ਨ ਹੀ ਹੈ ਕਿ ਤੁਹਾਡੇ ਫੰਡਸ ਕਰਕੇ ਉੱਥੇ ਹੁਣ ਫੰਡਸ ਕਿਸ ਫਾਰਮ 'ਚ ਹੈ। ਸਟੂਡੈਂਟ ਕਹਿੰਦਾ ਜੀ ਮੇਰੇ ਕੋਲ 3 ਕਰੋੜ ਦੀ ਪ੍ਰਾਪਰਟੀ ਹੈ, 4 ਕਰੋੜ ਦੀ ਪ੍ਰਾਪਰਟੀ ਹੈ, ਮੈਂ ਉਹਦੀ ਵੈਲੂਏਸ਼ਨ ਰਿਪੋਰਟ ਲਾਈ ਹੈ, ਮੈਂ CA ਰਿਪੋਰਟ ਲਾਈ ਹੈ, ਦੈਟ ਇਜ਼ ਨਾਟ ਦਾ ਫੰਡ, ਦਿਸ ਇਜ਼ ਦਾ ਇਮੂਵੇਬਲ ਐਸੈਟ। ਫੰਡਸ ਦੀ ਕੈਲਕੂਲੇਸ਼ਨ ਕਿੱਥੇ ਹੈ? ਅਗਰ 2 ਸਾਲ ਦਾ ਪ੍ਰੋਗਰਾਮ ਹੈ, 1 ਸਾਲ ਦੀ ਫੀਸ ਦੇ ਦਿੱਤੀ, 1 ਸਾਲ ਦੀ GIC ਭਰਤੀ, ਦੈਨ ਤੁਸੀਂ ਸੈਕੰਡ ਈਅਰ ਦੀ ਫੀਸ ਪ੍ਰੋਵਾਈਡ ਕਰੋ ਇਨ ਦਾ ਫਾਰਮ ਆਫ ਸੇਵਿੰਗਸ ਔਰ FD ਵਾਟਐਵਰ ਜੋ ਵੀ ਤੁਹਾਡੇ ਪੇਰੈਂਟਸ ਦਾ, ਪਲੱਸ ਉਹਦੇ ਨਾਲ ਇਨਕਮ ਟੈਕਸ ਰਿਟਰਨ ਆਪਣੇ ਫੈਮਿਲੀ ਦੀਆਂ ਇਨਕਮ ਸੋਰਸਿਸ ਨੂੰ ਪ੍ਰੋਵਾਈਡ ਕਰੋ ਦੈਟ ਯੂ ਹੈਵ ਥੀਸ ਮਚ ਆਫ ਇਨਕਮ ਸੋਰਸਿਸ ਵਿਦ ਯੂਰ ਫੈਮਿਲੀ ਕਿ ਤੁਹਾਡੀ ਸੈਕੰਡ ਈਅਰ ਦੀ ਲਿਵਿੰਗ ਨੂੰ ਬੀਅਰ ਕਰ ਸਕਦੇ ਸਾਈਮਲਟੇਨੀਅਸਲੀ ਆਪਣੀ ਲਿਵਿੰਗ ਨੂੰ ਦੇਖਦੇ। ਸੋ ਇੱਥੇ ਹੈ। ਫਿਰ ਉਸ ਤੋਂ ਬਾਅਦ ਗੱਲ ਆਉਂਦੀ ਹੈ ਜੀ ਪ੍ਰੋਗਰਾਮ ਸਿਲੈਕਸ਼ਨ ਨੂੰ ਲੈ ਕੇ, ਤੁਹਾਡਾ ਪ੍ਰੋਗਰਾਮ ਸਿਲੈਕਸ਼ਨ ਗਲਤ ਹੈ। ਉੱਥੇ ਉਹ ਡਿਫਾਈਨ ਹੋ ਗਿਆ ਜੀ ਯੋਰ ਪ੍ਰੋਗਰਾਮ ਸਿਲੈਕਸ਼ਨ ਇਜ਼ ਨਾਟ ਐਪਰੋਪਰੀਏਟ, ਜਾਂ ਉਹਦੀਆਂ ਫਿਊਚਰ ਪ੍ਰੋਸਪੈਕਟਸ। ਸਟੂਡੈਂਟ ਕਹਿੰਦਾ ਜੀ ਮੈਂ ਨੌਨ ਮੈਡੀਕਲ ਕੀਤਾ ਸੀ, ਕੰਪਿਊਟਰ ਦਾ ਪ੍ਰੋਗਰਾਮ ਲੈ ਲਿਆ, ਇਹ ਕਿੱਦਾਂ ਹੋ ਸਕਦਾ ਹੈ ਕਿ ਮੈਂ ਰੈਲੇਵੈਂਟ ਨਹੀਂ ਲਿਖਿਆ। ਹੁਣ ਉਹ ਪ੍ਰੋਗਰਾਮ ਕਿਸ ਲੈਵਲ ਦਾ ਹੈ, ਉਹਨੂੰ SOP 'ਚ ਕਿੱਦਾਂ ਡਿਫਾਈਨ ਕੀਤਾ ਹੈ, ਉਹਦੇ ਫਿਊਚਰ ਟਰਮਸ ਬਾਰੇ ਤੁਸੀਂ ਕੀ ਗੱਲ ਕੀਤੀ ਹੈ। ਸੋ ਇੱਥੇ ਹੈ। ਸੋ ਦਿਸ ਇਜ਼ ਆਲ ਦਾ ਮਾਈਂਡ ਸੈਟ। ਸੋ ਪਹਿਲਾਂ ਉਹਨੂੰ ਓਪਨ ਮਾਈਂਡਡ, ਇੱਕ ਬਰੋਡ ਮਾਈਂਡ ਦੇ ਨਾਲ ਉਸ ਚੀਜ਼ ਨੂੰ ਸਮਝਣਾ ਪਊਗਾ, ਉਸ ਤੋਂ ਬਾਅਦ ਹੀ ਤੁਸੀਂ ਕੰਮ ਕਰ ਸਕਦੇ ਜੀ। ਸੋ ਸਟੂਡੈਂਟਸ ਬਹੁਤ ਸਾਰੀਆਂ ਚੀਜ਼ਾਂ ਨੇ ਜਦੋਂ ਕੋਰਸ ਸਿਲੈਕਸ਼ਨ ਕਰਨਾ ਉਹਦੇ ਵਿੱਚ ਵੀ। ਸੋ ਇਹ ਸਾਰੀਆਂ ਚੀਜ਼ਾਂ ਇੱਕ ਸ਼ੋਅ ਦੇ ਵਿੱਚ ਨਹੀਂ ਅਸੀਂ ਤੁਹਾਨੂੰ ਦੱਸ ਸਕਦੇ। ਇਸੇ ਕਰਕੇ ਮੈਂ ਕਹੂੰਗਾ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ, ਕਿਉਂਕਿ ਛੋਟੇ ਛੋਟੇ ਟੌਪਿਕਸ ਦੇ ਵਿੱਚ ਉਹਨਾਂ ਨੂੰ ਡਿਵਾਈਡ ਕਰਕੇ
ਸਮਝਾਉਣਾ ਥੋੜਾ ਜਿਹਾ ਈਜ਼ੀ ਹੋ ਜਾਂਦਾ ਹੈ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।